ਜਸਬੀਰ ਮੰਡ ਦੀ ਪੁਸਤਕ ਬੋਲ ਮਰਦਾਨਿਆਂ ਦਾ 37ਵੇਂ ਅੰਗ ਦਾ ਬਾਕੀ ਦਾ ਹਿੱਸਾ। ਇਹ ਸਰੋਤ ਸੁਣ ਕੇ ਨਗਰ 'ਚ ਰੌਲਾ ਪੈ ਗਿਆ ਸੀ। ਸ਼ਰੀਅਤ ਅਨੁਸਾਰ ਸਰੋਤ ਦੀ ਮਨਾਹੀ ਸੀ। ਮਰਦਾਨੇ ਨੇ ਭੀੜ ਨੂੰ ਆਪਣੇ ਵੱਲ ਆਉਂਦੇ ਵੇਖਿਆ। ਕੁਝ ਦੂਰੀ 'ਤੇ ਖੜ ਕੇ ਲੋਕਾਂ ਨੇ ਪੁੱਛਣਾ ਸ਼ੁਰੂ ਕਰਤਾ ਸੀ, ਤੁਸੀਂ ਕਿਸ ਮੁਸਲਮਾਨੀ ਸੰਪਰਦਾ ਵਿੱਚੋਂ? ਤੁਸੀਂ ਕਾਫਰ ਹੋ, ਤੁਹਾਨੂੰ ਸੰਗਸਾਰ ਮਤਲਬ ਪੱਥਰ ਮਾਰਨ ਲਈ ਤਿਆਰ ਹੋਣਾ ਪਏਗਾ। ਇਸ ਵਾਰੀ ਬਾਬੇ ਨੇ ਇੱਕ ਲੰਬੀ ਬਾਂਗ ਦਿੱਤੀ, ਅਨੇਕਾਂ ਪਾਤਾਲ ਤੇ ਅਨੇਕਾਂ ਆਕਾਸ਼ ਇਹ ਕੁਫਰ। ਰਸੂਲ ਨੇ 7 ਅਸਮਾਨ ਤੇ 7 ਪਾਤਾਲ ਕਹੇ ਨੇ। ਕੁਝ ਲੋਕ ਪੀਰ ਦਸਤਗੀਰ ਵੱਲ ਭੱਜੇ। ਪੀਰ ਦਸਤਗੀਰ ਦੇ ਪੁੱਜਣ ਤੋਂ ਪਹਿਲਾਂ ਆਮ ਲੋਕਾਂ ਦੀ ਇੱਕ ਵੱਡੀ ਭੀੜ ਹਜ਼ਾਰਾਂ ਸਵਾਲ ਕਰ ਚੁੱਕੀ ਸੀ। ਕਈ ਵਾਰੀ ਅਣਹੋਣੀ ਹੁੰਦੀ ਬਚੀ। ਮਰਦਾਨੇ ਨੇ ਸਾਜ਼ ਵੱਖੀ 'ਚ ਲੈ ਲਿਆ ਸੀ, ਪਰ ਬਾਬੇ ਨੇ ਦੇ ਨਿਮਰਤਾ ਨਾਲ ਭਰੇ ਉੱਤਰ ਭੀੜ ਵੱਲ ਉਸੇ ਤਰ੍ਹਾਂ ਹੀ ਸਹਿਜ ਤੁਰਦੇ ਰਹੇ। ਇੱਕ ਵੱਡੇ ਗੋਲ ਦਾਇਰੇ ਦੇ ਇਕੱਠ ਵਿਚਕਾਰ ਭੀੜ ਨੇ ਹਿੰਦ ਦੇ ਪੀਰ ਤੇ ਪੀਰ ਦਸਤਗੀਰ ਵਿਚਕਾਰ ਹੁੰਦੀ ਗੱਲਬਾਤ ਕੁਝ ਇਸ ਤਰ੍ਹਾਂ ਸੁਣੀ। ਮੌਨ ਵਿੱਚ ਸੰਗੀਤ ਦਾ ਕੀ ਪ੍ਰਯੋਜਨ ਹੈ? ਸੰਗੀਤ ਮੇਰੇ ਲਈ ਮੌਨ 'ਚ ਉਤਰਦਾ ਰਾਹ ਹੈ। ਚੁੱਪ ਦੀ ਸ਼ੈਲੀ ਆਵਾਜ਼ ਕਿਵੇਂ ਹੋ ਸਕਦੀ ਹੈ? ਇਹ ਧੁਨਾਂ ਧਿਆਨ ਤੋਂ ਬਾਅਦ ਦੀਆਂ ਨੇ। ਧਿਆਨ ਤੇ ਧਿਆਨ ਦੇ ਨਾਦ ਨਾਲ ਹੀ ਸ਼ੂਨਿਆਂ 'ਚ ਸਮਾ ਜਾਂਦੀਆਂ ਨੇ। ਫਿਰ ਮੌਨ ਤੇ ਸੰਗੀਤ 'ਚ ਫਰਕ ਕਿਵੇਂ ਦਿਸੇਗਾ? ਮੈਂ ਗਾਉਂਦਾ ਹੀ ਉਸ ਵੇਲੇ ਹਾਂ ਜਦੋਂ ਸ਼ੂਨਿਆਂ ਦਾ ਸੁਭਾਅ ਧੁਨਾਂ 'ਚ ਉਤਰੇ। ਤੁਸੀਂ ਸ਼ੂਨਿਆਂ 'ਚ ਹੀ ਕਿਉਂ ਨਹੀਂ ਠਹਿਰ ਜਾਂਦੇ? ਕੁਝ ਛਟਪਟਾਹਟ ਨਹੀਂ ਜਾਪਦੀ? ਮੇਰੇ ਸ਼ੂਨਿਆਂ ਨੇ ਆਪਣੀ ਗੱਲ ਕਹਿਣ ਲਈ ਸਰੋਦ ਨੂੰ ਚੁਣਿਆ। ਫਿਰ ਤਾਂ ਤੁਹਾਡੇ ਮੁਰੀਦਾਂ ਲਈ ਬੜੀਆਂ ਔਕੜਾਂ ਨੇ। ਪਹਿਲਾਂ ਤੁਸੀਂ ਫਿਰ ਸੰਗੀਤ, ਫਿਰ ਧੁਨਾਂ। ਇੱਕ ਚੇਲੇ ਦਾ ਨਿੱਜੀ ਸਾਹਸ ਇੰਨੀ ਦੂਰ ਤੱਕ ਚਲਾ ਜਾਏਗਾ? ਮੈਂ ਆਪਣੇ ਰੰਗ 'ਚ ਰੰਗਿਆ, ਕੋਈ ਮੈਨੂੰ ਇਸ ਰੰਗ 'ਚ ਵੇਖੇ ਜਾਂ ਕਿਸੇ ਹੋਰ 'ਚ, ਇਹ ਮੇਰੀ ਵਾਸ਼ਨਾ ਨਹੀਂ ਹੈ। ਗੋਲ ਦਾਇਰੇ 'ਚ ਬੈਠੀ ਭੀੜ ਨੇ ਫਿਰ ਸਵਾਲ ਬੰਦ ਹੁੰਦੇ ਸੁਣੇ, ਪਰ ਭੀੜ ਲਈ ਤਾਂ ਹਾਲੇ ਸਵਾਲਾਂ ਦੀ ਸੰਭਾਵਨਾ ਖੁੱਲ੍ਹੀ ਪਈ ਸੀ। ਪਰ ਪੀਰ ਦਸਤਗੀਰ ਵੱਲੋਂ ਸਵਾਲ ਮੁੱਕ ਗਏ ਸਨ। ਕੁਝ ਦੂਰੀ 'ਤੇ ਬੈਠੇ ਮਰਦਾਨੇ ਨੂੰ ਭੀੜ ਨੇ ਬਗਲ 'ਚੋਂ ਸਾਜ਼ ਬਾਹਰ ਕੱਢਦੇ ਵੇਖਿਆ। ਫਿਰ ਸਾਜ਼ ਦੀ ਆਵਾਜ਼ ਆਈ। ਭੀੜ ਨੇ ਵੇਖਣਾ ਚਾਹਿਆ ਕਿ ਸਰੋਦ ਕਿਸ ਦੀ ਸਹਿਮਤੀ ਨਾਲ ਸ਼ੁਰੂ ਹੋਇਆ। ਇੱਕ ਪਾਸੇ ਪੀਰ ਬੈਠਾ ਸੀ, ਦੂਜੇ ਪਾਸੇ ਸਾਜ਼ੀ ਬੈਠਾ ਸੀ, ਤੀਜੇ ਪਾਸੇ ਸਾਜ਼ੀ ਦਾ ਗੁਰੂ ਬੈਠਾ ਸੀ। ਸਾਜ਼ ਨਾਲ ਫਿਰ ਗੁਰੂ ਦੀ ਇੱਕ ਸੁਰੀਲੀ ਆਵਾਜ਼ ਗਰਜੀ, ਅੱਲਾਹੂ ਅਕਬਰ, ਲਾ ਇਲਾਹਾ ਇਲੱਲਾਹ ਹਯਾਲ ਮੁਹੰਮਦ ਰਸੂਲ ਅੱਲਾ। ਪੀਰ ਦਸਤਗੀਰ ਸਿਜਦੇ 'ਚ ਹੋ ਗਿਆ ਸੀ। ਭੀੜ ਨੇ ਸਮਝਿਆ ਸਾਨੂੰ ਵੀ ਹੋ ਜਾਣਾ ਚਾਹੀਦਾ ਹੈ। ਜਦੋਂ ਭੀੜ ਨੇ ਅੱਖਾਂ ਖੋਲ੍ਹੀਆਂ ਤਾਂ ਸਭ ਸਿਜਦੇ 'ਚ ਸਨ। ਪੀਰ, ਗੁਰੂ, ਚੇਲਾ ਗੋਲ ਦਾਇਰੇ 'ਚ ਇੱਕ ਤਿਕੋਣ ਬਣ ਗਈ ਸੀ। ਲਗਭਗ ਉਸੇ ਸਮੇਂ ਚੱਲੇ ਜਿਸ ਸਮੇਂ ਕੁਝ ਦਿਨ ਪਹਿਲਾਂ ਉਹਨਾਂ ਤੜਕੇ ਬਾਂਗ ਦਿੱਤੀ ਸੀ। ਬਗਦਾਦ ਤੋਂ ਇੱਕ ਆਮ ਚੱਲਦੇ ਰਸਤੇ ਰਾਹੀਂ ਤਬਰੇਜ਼ ਪਹੁੰਚੇ। ਅੱਜ ਕਈ ਮਹੀਨਿਆਂ ਬਾਅਦ ਮਰਦਾਨੇ ਨੇ ਸਿਰ ਉੱਪਰ ਬੱਦਲ ਘੁੰਮਦੇ ਵੇਖੇ। ਤਬਰੇਜ਼ ਬਹੁਤ ਪੁਰਾਣਾ ਨਗਰ ਸੀ। ਭੁਚਾਲਾਂ ਨੇ ਇਹਨੂੰ ਕਈ ਵਾਰ ਉਜਾੜਿਆ ਤੇ ਹਰ ਵਾਰੀ ਲੋਕਾਂ ਨੇ ਮਿਲ ਕੇ ਇਹਨੂੰ ਫਿਰ ਵਸਾ ਲਿਆ ਸੀ। ਇਸ ਸਮੇਂ ਸ਼ਾਹ ਇਸਮਾਈਲ ਪਹਿਲੇ ਦੀ ਰਾਜਧਾਨੀ ਸੀ। ਮਸ਼ਹਦ ਦਾ ਪੁਰਾਣਾ ਨਾਂ ਤੂਸ ਸੀ। ਇਸੇ ਨਗਰ 'ਚ ਫਰਦੌਸੀ ਤੇ ਅਲ-ਗਜ਼ਾਲੀ ਦਾ ਵੀ ਜਨਮ ਹੋਇਆ ਸੀ। ਇਸ ਸਮੇਂ ਇਹ ਸ਼ੀਆ ਮਤ ਵਾਲਿਆਂ ਦਾ ਵੱਡਾ ਕੇਂਦਰ ਸੀ। ਇਹਨੂੰ ਸ਼ਹੀਦ ਹੋਣ ਦੀ ਥਾਂ ਵੀ ਕਿਹਾ ਜਾਂਦਾ ਸੀ। ਇੱਥੇ ਖਲੀਫਾ ਹਾਰੂ ਅਲ ਰਸ਼ੀਦ ਦੀ ਮੌਤ ਹੋ ਗਈ ਸੀ। ਜਦੋਂ ਉਹਦਾ ਪੁੱਤਰ ਅੱਬਾ ਦੀ ਕਬਰ 'ਤੇ ਜ਼ਿਆਰਤ ਕਰਨ ਆਇਆ ਤਾਂ ਉਸ ਨਾਲ ਉਹਦਾ ਦਾਮਾਦ ਅੱਲਾ ਰਾਜ਼ ਵੀ ਇੱਥੇ ਹੀ ਫੌਤ ਹੋ ਗਿਆ ਸੀ। ਦੋਵਾਂ ਦੀਆਂ ਕਬਰਾਂ ਨਾਲ ਸਨ। ਦੂਰੋਂ ਸ਼ੀਆ ਲੋਕ ਇੱਥੇ ਜ਼ਿਆਰਤ ਕਰਨ ਆ ਰਹੇ ਸਨ। ਸ਼ਾਮ ਵੇਲੇ ਜਦੋਂ ਦੋਵੇਂ ਪਹੁੰਚੇ ਤਾਂ ਮਜ਼ਾਰਾਂ ਤੋਂ ਥੋੜ੍ਹੀ ਦੂਰੀ 'ਤੇ ਟਿਕਾਣਾ ਕੀਤਾ। ਦੂਜੀ ਸਵੇਰ ਕੁਝ ਹਾਜੀ ਇਕੱਠੇ ਹੋ ਕੇ ਆਏ। ਉਹਨਾਂ ਮਜ਼ਾਰਾਂ ਉੱਤੇ ਨਾ ਜਾਣ ਦਾ ਕਾਰਨ ਪੁੱਛਿਆ। ਤੁਸੀਂ ਮੁਹੰਮਦ ਸਾਹਿਬ ਤੇ ਹਸਰਤ ਅਲੀ ਨੂੰ ਮੰਨਦੇ ਹੋ? ਉਹ ਤਾਂ ਸਭ ਦਾ ਸੁਨੇਹਾ ਪਹੁੰਚਾਉਣ ਵਾਲੇ ਸੀ। ਜੋ ਸੰਦੇਸ਼ ਲੈ ਕੇ ਆਏ ਸਨ ਤੁਸੀਂ ਉਹ ਗੱਲਾਂ ਕਰੋ। ਜਦੋਂ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆਇਆ ਤਾਂ ਉਹਨਾਂ ਆਪਣੇ ਪੀਰ ਕੋਲ ਚੱਲਣ ਲਈ ਕਿਹਾ। ਪੀਰ ਅਬਦੁਲ ਰਹਿਮਾਨ ਗੁਰਦੇਸ਼ ਦਾ ਰਹਿਣ ਵਾਲਾ ਸੀ ਤੇ ਮਜ਼ਾਰ ਦੀ ਜ਼ਿਆਰਤ ਕਰਨ ਆਇਆ ਸੀ। ਪੀਰ ਕੋਲ ਪਹੁੰਚਦੇ ਹੀ ਸਭ ਤੋਂ ਪਹਿਲਾਂ ਮਰਦਾਨੇ ਨੂੰ ਇਹ ਸਵਾਲ ਸੁਣਿਆ, ਤੁਸੀਂ ਸ਼ੀਆ ਹੋ ਜਾਂ ਸੁੰਨੀ? ਅਸੀਂ ਸਭ ਦੇ ਹਾਂ ਜਿਸ ਵਿੱਚ ਉਹਦਾ ਨੂਰ ਹੈ। ਲੰਬੀ ਗੋਸ਼ਟੀ ਚੱਲੀ। ਅਜਿਹੇ ਵੇਲੇ ਕਦੇ ਮਰਦਾਨੇ ਨੂੰ ਉਕਸਾਹਟ ਹੁੰਦੀ ਕਿਉਂਕਿ ਉਹ ਇਹ ਸਵਾਲ ਹਜ਼ਾਰਾਂ ਵਾਰ ਸੁਣ ਚੁੱਕਿਆ ਸੀ। ਬਾਬਾ ਪਤਾ ਨਹੀਂ ਕਿਉਂ ਨਹੀਂ ਉਕਤਾਉਂਦਾ, ਹਰ ਵਾਰੀ ਸਾਹਮਣੇ ਵਾਲੇ ਦੀ ਸੋਝੀ 'ਚ ਉਤਰ ਜਾਂਦਾ ਹੈ। ਫਿਰ ਜਦੋਂ ਜਗਿਆਸੂ ਇਹ ਪੜਾਅ ਪਾਰ ਕਰਕੇ ਬਾਬੇ ਨਾਲ ਨਜ਼ਰ ਮਿਲਾਉਂਦਾ, ਉਹ ਪਲ ਹਮੇਸ਼ਾ ਨਵੇਂ ਦਿਸਦੇ ਨੇ। ਅਜਿਹੇ ਪਲ ਸਫ਼ਰਾਂ ਵਿੱਚ ਬੜੇ ਯਾਦ ਆਉਂਦੇ ਨੇ। ਕਈ ਵਾਰ ਉਹਨੂੰ ਵੀ ਸਵਾਲ ਕਰਦੇ ਨੇ। ਮਰਦਾਨਿਆਂ ਜਦੋਂ ਸਮਝ ਉਤਰਦੀ ਹੈ ਤਾਂ ਛਿਣ ਹੋਰ ਵੀ ਛੋਟਾ ਹੋ ਜਾਂਦਾ ਹੈ। ਤੂੰ ਛਿਣ ਤੋਂ ਵੀ ਛੋਟਾ ਹੋ ਕੇ ਵੇਖਿਆ ਕਰ।
ਮਜ਼ਹਬ ਤੋਂ ਵੀ ਉਹਨਾਂ ਨੂੰ ਕਾਫੀ ਸਾਰੇ ਲੋਕ ਸ਼ਹਿਰ ਤੋਂ ਬਾਹਰ ਤੱਕ ਛੱਡਣ ਆਏ। ਅਜਿਹੇ ਲੋਕਾਂ ਨੂੰ ਮਰਦਾਨਾ ਬੜੇ ਧਿਆਨ ਨਾਲ ਵੇਖਦਾ। ਅਜਿਹੇ ਲੋਕਾਂ 'ਚੋਂ ਕੋਈ ਅਜਿਹਾ ਦੇਸੀ ਪੈਂਦਾ ਜਿਹਨੂੰ ਬਾਬੇ ਦੇ ਬੋਲਾਂ ਨੇ ਸਦਾ ਲਈ ਨਿਹਾਲ ਕੀਤਾ ਹੁੰਦਾ। ਮਜ਼ਹਬ ਤੋਂ ਉੱਤਰੀ ਇਰਾਕ ਦੇ ਪੁਰਾਣੇ ਰਾਹ 'ਤੇ ਚੱਲਦੇ ਅਫਗਾਨਿਸਤਾਨ ਦੇ ਉੱਤਰੀ ਨਗਰ ਬਲਖ ਪਹੁੰਚੇ। ਇਹ ਬਲਖ ਦਰਿਆ 'ਤੇ ਵਸਿਆ ਸੀ ਜੋ 45 ਮੀਲ ਉੱਤਰ ਵਿੱਚ ਜਾ ਕੇ ਅਮੂ ਦਰਿਆ ਔਕਸ ਵਿੱਚ ਡਿੱਗਦਾ ਸੀ। ਇਹ ਵੀ ਕਈ ਵਾਰ ਉੱਜੜਿਆ ਸੀ। ਬਲਖ ਤੋਂ ਆਪ ਕਾਬਲ ਪਹੁੰਚ ਗਏ। ਕਾਬਲ ਨੂੰ ਕਈ ਰਸਤੇ ਆ ਕੇ ਮਿਲਦੇ ਸਨ। ਉੱਤਰ ਵੱਲੋਂ ਬਲਖ ਤੋਂ ਤੇ ਦੱਖਣ ਵੱਲੋਂ ਕੰਧਾਰ ਤੋਂ ਤੇ ਪੂਰਬ ਵੱਲੋਂ ਬਨੂ ਤੇ ਪਿਸ਼ਾਵਰ ਤੋਂ ਸੀ। ਆਪ ਕਾਬਲ ਦੇ ਬਾਹਰ ਸੁਲਤਾਨਪੁਰ ਵਾਲੇ ਪਾਸੇ ਬੈਠੇ ਸਨ। ਇੱਥੇ ਕੁਝ ਫਕੀਰਾਂ ਨੇ, ਸ਼ਾਇਦ ਉਹ ਮੱਕੇ ਮਿਲੇ ਸਨ, ਉਹਨਾਂ ਨੂੰ ਕੁਝ ਇਸ ਤਰ੍ਹਾਂ ਕਿਹਾ, ਤੁਸੀਂ ਸੰਭਲ ਕੇ ਰਹਿਣਾ ਸਾਈਂ, ਅੱਗੇ ਮੁਸਲਮਾਨਾਂ ਦੀ ਧਰਤੀ ਤਾਂ ਹੈ, ਪਰ ਜਹਾਦ ਦਾ ਰੰਗ ਕੁਝ ਬਦਲਿਆ ਹੈ। ਇਹ ਬਾਬਰ ਦੀ ਰਾਜਧਾਨੀ ਵੀ ਸੀ, ਪਰ ਵਿਚਕਾਰ ਹੀ ਬਾਬੇ ਦੀ ਆਵਾਜ਼ ਸੁਣਨ ਲੱਗੀ, ਇੱਕ ਹੀ ਨੂਰ ਹੈ, ਇੱਕ ਹੀ ਅੱਲਾ ਹੈ। ਕਿਸੇ ਨੇ ਸੁੰਨਤ ਕਰ ਲਈ, ਕਿਸੇ ਨੇ ਜੰਜੂ ਪਾ ਲਿਆ, ਕਿਸੇ ਪੂਰੇ ਨੂੰ ਹੀ ਪਾ ਲਿਆ। ਕਾਬਲ ਤੋਂ ਪਿਸ਼ਾਵਰ ਦਰਾ ਖੈਬਰ ਦਾ ਬਿਖੜਾ ਪੈਂਡਾ 180 ਮੀਲ ਦੂਰ ਸੀ, ਪਰ ਉਹਨਾਂ ਕਾਬਲ ਤੋਂ ਪਿਸ਼ਾਵਰ ਲਈ ਦਰਰੇ ਕੁਰਮ ਵਾਲੇ ਰਸਤੇ ਨੂੰ ਚੁਣਿਆ। ਇਸ ਰਸਤੇ ਉੱਤੇ ਆਮ ਲੋਕਾਂ ਦਾ ਆਉਣਾ ਜਾਣਾ ਕਾਫੀ ਸੀ। ਉਹਨਾਂ ਪਾਗ ਚਿਨਾਰ ਤੇ ਕੁਰਮ ਦਰਿਆ ਦੇ ਕੰਢੇ ਰਾਤਾਂ ਕੱਟੀਆਂ। ਪਾਗ ਚਿਨਾਰ ਤੋਂ 3 ਮੀਲ ਦੀ ਵਿੱਥ ਤੇ ਮੌਲਾਨਾ ਪਿੰਡ ਵਿੱਚ 2 ਦਿਨ ਕੀਰਤਨ ਕੀਤਾ। ਇੱਕ ਚੜ੍ਹਦੀ ਸਵੇਰ ਉਹ ਪਾਰਾ ਸ਼ਵਰ ਪਿਸ਼ਾਵਰ ਪਹੁੰਚੇ। ਇੱਕ ਵਾਰ ਫੇਰ ਇਹ ਅਜਿਹੀ ਜਗ੍ਹਾ ਸੀ ਜਿੱਥੇ ਕਦੇ ਬੋਧੀ ਸਥਾਨ ਸੀ। ਇਸ ਪੀੜਾ ਨੂੰ ਪੁੱਛਣ ਲਈ ਮਰਦਾਨੇ ਦਾ ਕਈ ਵਾਰ ਜੀਅ ਕੀਤਾ, ਕੋਈ ਕਿਸੇ ਦਾ ਸਥਾਨ ਲੈ ਸਕਦਾ ਹੈ? ਉਹ ਆਪਣੇ ਪ੍ਰਸ਼ਨਾਂ ਨੂੰ ਹੋਰ ਸੰਵਾਰਦਾ, ਬਾਬਾ ਬੁੱਧ ਦੀ ਜਗ੍ਹਾ ਵੀ ਬਦਲਣ ਦੀ ਲੋੜ ਪੈ ਸਕਦੀ ਏ। ਉਹ ਹੋਰ ਨੇੜੇ ਜਾਣ ਦੀ ਕੋਸ਼ਿਸ਼ ਕਰਦਾ। ਕਈ ਵਾਰ ਉਹਨੂੰ ਲੱਗਦਾ ਉਹ ਪੁੱਛਦਾ ਸੋਚਦਾ ਮੂਲ ਤੋਂ ਦੂਰ ਆ ਗਿਆ। ਸੋ ਇਸ ਵਾਰੀ ਉਹਨੇ ਸਿੱਧਾ ਹੀ ਪੁੱਛਿਆ, ਬਾਬਾ ਬੋਧੀਆਂ ਦਾ ਸਥਾਨ ਆ ਗਿਆ? ਪੁੱਛਦੇ ਹੋਏ ਹੀ ਉਹਨੂੰ ਜਾਪਣ ਲੱਗਾ ਸੀ ਕਿ ਇਸ ਵਾਰ ਬਾਬਾ ਉੱਤਰ ਨਹੀਂ ਦੇਵੇਗਾ। ਅਜਿਹਾ ਹੀ ਹੋਇਆ। ਬਾਬਾ ਅੱਗੇ ਤੁਰਦਾ ਗਿਆ। ਅਜਿਹੀਆਂ ਚੁੱਪਾਂ ਅੱਗੇ ਚੱਲਦੇ ਬਾਬੇ ਦੇ ਕਦਮਾਂ ਨੂੰ ਵੇਖ ਸਹਿਜ ਤਾਂ ਹੋ ਜਾਂਦੀਆਂ ਸਨ, ਪਰ ਜਦੋਂ ਕਦੇ ਕਿਸੇ ਵਕਫੇ ਬਾਅਦ ਇਹਨਾਂ ਦਾ ਉੱਤਰ ਸੁਣਦਾ ਤਾਂ ਇਹਨਾਂ ਦੇ ਚੁੱਪ ਹੋਣ ਤੋਂ ਪਹਿਲਾਂ ਦੀਆਂ ਗੂੰਜਾਂ ਵੀ ਨਾਲ ਹੀ ਸੁਣਾਈ ਦਿੰਦੀਆਂ। ਉਹ ਦੁਪਹਿਰ ਵੇਲੇ ਗੋਰਖੱਟੜੀ ਪਹੁੰਚੇ। ਵੱਡੀ ਸਰਾਂ ਅੱਗੇ ਭੰਡਾਰਾ ਵਰਤ ਰਿਹਾ ਸੀ। ਭੰਡਾਰਾ ਖਤਮ ਹੋਣ ਤੋਂ ਬਾਅਦ ਕੁਝ ਜੋਗੀ ਆ ਕੇ ਪੁੱਛਣ ਲੱਗੇ, ਤੁਸੀਂ ਆਪਣੇ ਚੇਲੇ ਨੂੰ ਹਾਜੀ ਜੀ ਕਹਿ ਕੇ ਸੱਦਿਆ, ਇਹਦੇ 'ਚ ਕੀ ਰਾਜ਼ ਹੈ? ਕਈ ਨਾਂ ਨੇ ਇਹਦੇ, ਜਿਹੜਾ ਖੁਸ਼ੀ ਲੈਣ ਨੂੰ ਜੀ ਕਰਦਾ ਹੈ ਸੱਦ ਲਈਦਾ। ਤੁਸੀਂ ਗ੍ਰਸਤੀ ਹੋ ਕਿ ਉਦਾਸੀ? ਗ੍ਰਸਤੀ ਹਾਂ। ਇਹ ਨਸ਼ਾ ਵਰਤਣ ਵਾਲਾ ਜੀਵ ਈਸ਼ਵਰ ਦਾ ਧਿਆਨ ਨਹੀਂ ਕਰ ਸਕਦਾ। ਤੂੰ ਇਹ ਨਸ਼ਾ ਕਰਕੇ ਕਦੇ ਧਿਆਨ ਕੀਤਾ? ਅਸੀਂ ਤਾਂ ਕੰਨ ਪੜਵਾ ਕੇ ਮੁੰਦਰਾਂ ਪਵਾ ਲਈਆਂ ਨੇ। ਰਿੱਧੀਆਂ ਸਿੱਧੀਆਂ ਤੁਸੀਂ ਮੰਨਦੇ ਨਹੀਂ। ਤੁਹਾਡਾ ਜੋਗੀ ਕਿਹੋ ਜਿਹਾ ਹੋਏਗਾ? ਮਰਦਾਨੇ ਨੇ ਪਹਿਲਾਂ ਹੀ ਰਬਾਬ ਵਜਾਉਣੀ ਸ਼ੁਰੂ ਕਰਤੀ ਸੀ। ਫਿਰ ਬਾਬੇ ਦੀ ਆਵਾਜ਼ ਆ ਮਿਲੀ। ਕਾਂਡ 38ਵਾਂ। ਕੋਈ ਪਸ਼ਤੋ 'ਚ ਗਾ ਰਿਹਾ ਸੀ। ਲੋਕ ਗੀਤ ਦੀ ਆਵਾਜ਼ ਲੋਕ ਸਾਜ਼ ਤੋਂ ਬਿਨਾਂ ਸੀ। ਆਵਾਜ਼ ਪਹਾੜ ਨਾਲ ਟਕਰਾਉਂਦੀ ਇੱਕ ਸਾਜ਼ ਵਰਗਾ ਸਾਥ ਬਣਾ ਰਹੀ ਸੀ। ਕੁਝ ਆਵਾਜ਼ਾਂ ਸਾਜ਼ਾਂ ਨੂੰ ਵੀ ਆਪਣੇ ਅੰਦਰ ਹੀ ਸਾਧ ਲੈਂਦੀਆਂ ਨੇ। ਮਰਦਾਨੇ ਨੂੰ ਇਹ ਗਾਉਂਦੀ ਦੂਰ ਹੁੰਦੀ ਆਵਾਜ਼ ਚੰਗੀ ਲੱਗ ਰਹੀ ਸੀ। ਗੋਰਖੱਟੜੀ ਤੋਂ ਚੱਲਦੇ ਵਕਤ ਉਹਨਾਂ ਨੂੰ ਦੱਸ ਦਿੱਤਾ ਸੀ, ਇਸ ਵਾਰੀ ਬਾਬਰ ਲਾਹੌਰ ਵੱਲ ਗਿਆ ਹੈ। ਗੱਲਾਂ ਤੋਂ ਕਾਬਲ ਤੋਂ ਸੁਣਦਾ ਆ ਰਿਹਾ ਸੀ, ਪਰ ਗੋਰਖੱਟੜੀ ਤੋਂ ਚੱਲਦੇ ਵਕਤ ਉਸ ਤਰਫ ਗਈ ਤਬਾਹੀ ਕੁਝ ਦੇਰ ਲਈ ਪਸ਼ਤੋ ਦੇ ਗੀਤ ਨੇ ਸਾਂਭ ਲਈ ਸੀ। ਹੁਣ ਰਾਹਾਂ 'ਚ ਜੋਗੀਆਂ ਦੀਆਂ ਬੁਝੀਆਂ ਹੋਈਆਂ ਰਾਖ ਦੀਆਂ ਢੇਰੀਆਂ ਘੱਟ ਹੋ ਗਈਆਂ ਸਨ। ਗੱਲਾਂ ਵਿੱਚ ਬਰਗੂ ਸਿੰਘੀ ਲੰਬੀਆਂ ਮਾਲਾ ਵਰਗੇ ਮਾਲਾ ਵਾਲੇ ਜੋਗੀਆਂ ਵਾਲੇ ਰਸਤੇ ਪਿੱਛੇ ਹਟ ਰਹੇ ਸਨ। ਹੌਲੀ ਇਹ ਆਮ ਵਗਦੇ ਰਾਹਾਂ ਵਾਲਾ ਹਸਨ ਅਬਦਾਲ ਨੂੰ ਜਾਂਦਾ ਰਾਹ ਬਣ ਰਿਹਾ ਸੀ। ਕਦੇ ਹੱਜ ਤੋਂ ਮੁੜਿਆ ਕੋਈ ਵੱਡਾ ਟੋਲਾ ਨਵੇਂ ਹਾਜੀਆਂ ਵਾਂਗ ਅੱਲਾ ਦੀਆਂ ਗੱਲਾਂ ਕਰਦਾ ਸੁਣਦਾ। 3 ਪੈਰ ਦੀ ਤੋਰ ਉਦੋਂ ਫਿਰ ਤਾਜ਼ਗੀ ਨਾਲ ਭਰ ਗਈ ਜਦੋਂ ਮਰਦਾਨੇ ਨੇ ਅੱਗੇ ਚੱਲਦੇ ਇੱਕ ਹੱਜ ਕਰਕੇ ਮੁੜੇ ਕੁਮੰਤਰੂ ਕਬੀਲੇ ਨੇ ਗਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਲੈਣ ਆਏ ਲੋਕ ਢੋਲਕੀਆਂ, ਛੈਣਿਆਂ ਤੇ ਲੋਕ ਸਾਜ਼ਾਂ ਨਾਲ ਝੂਮ ਰਹੇ ਸਨ। ਥੋੜ੍ਹੀ ਦੇਰ ਲਈ ਰਸਤੇ 'ਚ ਜਸ਼ਨ ਵਰਗਾ ਮਾਹੌਲ ਬਣ ਗਿਆ। ਫਿਰ ਇਹ ਆਵਾਜ਼ਾਂ ਇੱਕ ਪਗਡੰਡੀ ਨਾਲ ਪਹਾੜੀ ਦੀ ਪਿੱਠ ਪਿੱਛੇ ਗੁੰਮ ਗਈਆਂ ਸਨ। ਮਰਦਾਨੇ ਨੇ ਅੱਗੇ ਚੱਲਦੇ ਬਾਬੇ ਵੱਲ ਵੇਖਿਆ। ਲੰਬਾ ਭਗਵਾਂ ਚੋਗਾ, ਲੱਕ ਦੁਆਲੇ ਹਰੇ ਰੰਗ ਦਾ ਸਾਫਾ, ਵਾਲ ਪਿੱਛੇ ਵੱਲ ਖੁੱਲ੍ਹੇ, ਇੱਕ ਮੋਢੇ ਉੱਤੇ ਲਟਕਦੀ ਗਠੜੀ। ਅੱਜ ਸਵੇਰ ਤੋਂ ਬਾਬੇ ਦੇ ਵਾਲ ਪਿੱਛੇ ਵੱਲ ਖੁੱਲ੍ਹੇ ਸਨ।
ਕਦੇ-ਕਦੇ ਹਵਾ ਨਾਲ ਕੁਝ ਵਾਲ ਉੱਪਰ ਵੱਲ ਉੱਠਦੇ, ਜਿੰਨੀਆਂ ਕੁ ਰਬਾਬ ਨੂੰ ਤਾਰਾਂ ਸਨ। ਫਿਰ ਦੂਜੇ ਪਾਸਿਓਂ ਕੋਈ ਲੱਟ ਉੱਠਦੀ। ਜੀ ਕੀਤਾ ਬਾਬੇ ਦੇ ਵਾਲਾਂ ਉੱਪਰ ਹਥੇਲੀ ਘੁਮਾਵਾਂ ਤੇ ਸਾਜ਼ਾਂ ਦੇ ਸੰਗਮ 'ਚ ਕੋਈ ਆਪਣੇ ਲਈ ਸਾਜ਼ ਤਲਾਸ਼ਾਂ। ਫਿਰ ਜੀ ਕੀਤਾ ਬਾਬੇ ਨੂੰ ਆਵਾਜ਼ ਮਾਰਾਂ, ਪਰ ਇਸ ਵਾਰੀ ਉਹਨੇ ਰਬਾਬ ਵਜਾ ਕੇ ਆਵਾਜ਼ ਮਾਰੀ। ਥੋੜ੍ਹੀ ਦੇਰ ਲਈ ਲੋਕਾਂ ਨੇ ਇੱਕ ਇਕੱਲਾ ਸਾਜ਼ ਵੱਜਦਾ ਸੁਣਿਆ। ਹਸਨ ਅਬਦਾਲ ਪਹੁੰਚਣ ਵੇਲੇ ਛਿਪਦੇ ਸੂਰਜ ਅੱਗੇ ਇੱਕ ਛੋਟੀ ਜਿਹੀ ਬੱਦਲੀ ਆ ਗਈ ਸੀ। ਇਸ ਤੋਂ ਬਾਅਦ ਪਤਾ ਹੀ ਨਹੀਂ ਲੱਗਿਆ ਕਦੋਂ ਮੂੰਹ ਹਨੇਰਾ ਹੋ ਗਿਆ। ਗੋਰਖ ਹੱਟੜੀ ਦੇ ਮੇਲੇ ਤੋਂ ਆਏ ਲੋਕ ਸਰਾਂ ਦੇ ਬਾਹਰ ਬੈਠੇ ਸਨ। ਅੱਗੜ ਦੁੱਗੜ ਰਸਤਿਆਂ ਤੋਂ ਥੱਕੇ ਮਰਦਾਨੇ ਨੇ ਸੁਣਦੀਆਂ ਆਵਾਜ਼ਾਂ ਵਿਚਕਾਰ ਹੀ ਗੱਠੜੀ ਦੇ ਢਾਸਣੇ ਨਾਲ ਪਿੰਡਾ ਸਿੱਧਾ ਕੀਤਾ। ਆਲੇ ਦੁਆਲੇ ਪੱਕਦੇ ਖਾਣਿਆਂ ਦਾ ਧੂੰਆਂ ਕਦੇ-ਕਦੇ ਜਦੋਂ ਤੱਕ ਕੋਲ ਆਉਂਦਾ ਉਹ ਅੱਖਾਂ ਖੋਲ੍ਹਦਾ। ਥੋੜ੍ਹੀ ਪਿੱਠ ਸਿੱਧੀ ਕਰਨ ਤੋਂ ਬਾਅਦ ਜਦੋਂ ਉੱਠਿਆ, ਇੱਕ ਵੱਡਾ ਟੋਲਾ ਪਿੱਛੋਂ ਚੱਲਦੀਆਂ ਗੱਲਾਂ ਨਾਲ ਉਹਨਾਂ ਕੋਲ ਆ ਬੈਠਾ। ਰਲੇ ਮਿਲੇ ਲੋਕਾਂ 'ਚ ਕੁਝ ਹਾਜੀ ਤੇ ਕੁਝ ਜੋਗੀ ਪਹਿਰਾਵੇ 'ਚ ਸਨ। ਗੱਲ ਜਾਰੀ ਸੀ। ਵਧੇਰੇ ਜਨਮਾਂ ਨੇ ਹਿੰਦੂਆਂ ਕੋਲੋਂ ਜਹਾਦ ਵਰਗੀ ਤਾਕਤ ਖੋਹ ਲਈ ਏ, ਪਰ ਹਿੰਦੂ ਧਰਮ ਬਾਰ-ਬਾਰ ਹੱਥ ਨਹੀਂ ਆਉਂਦਾ। ਇਸਲਾਮ ਵਿੱਚ ਤਾਂ ਦੂਜੇ ਜਨਮ ਦੀ ਕਲਪਨਾ ਹੀ ਨਹੀਂ ਹੈ। ਇੱਕ ਵਾਰ ਤਾਂ ਜਨਮ ਲੈਣਾ ਹੀ ਪਊ। ਮੁਸਲਮਾਨ ਬਣਨ ਲਈ ਜਾਂ ਪਹਿਲੇ ਜਨਮ ਵੇਲੇ ਵੀ ਜੰਮਣ ਦੀ ਕਲਪਨਾ ਨਹੀਂ ਕਰਨੀ। ਹਾਂ, ਅਸੀਂ ਇੱਕ ਜਨਮ 'ਚ ਸਭ ਕੁਝ ਪੂਰਾ ਕਰਨ ਦਾ ਜਜ਼ਬਾ ਲੈ ਕੇ ਆਉਂਦੇ ਹਾਂ, ਪਰ ਘੋੜਿਆਂ ਉੱਤੇ ਆਇਆ ਇਸਲਾਮ ਤਾਂ ਅਸਲੀ ਨਹੀਂ ਹੈ। ਕਾਠੀ ਉੱਤੇ ਬੈਠਿਆ ਮੁਸਲਮਾਨ ਸਾਡੇ ਕੋਲ ਆ ਕੇ ਬਹੁਤ ਖਿਝ ਗਿਆ। ਤੁਸੀਂ ਹੁਣ ਕਿਉਂ ਘੋੜਿਆਂ ਦੀ ਗੱਲ ਕਰਦੇ ਹੋ? ਤੁਹਾਡੇ ਦੇਵੀ ਦੇਵਤਿਆਂ ਨੂੰ ਤਾਂ ਮੁੜਕਾ ਵੀ ਨਹੀਂ ਆਉਂਦਾ ਸੀ ਤੇ ਉਹ ਤਾਂ ਅੱਖ ਵੀ ਨਹੀਂ ਸੀ ਝਮਕਦੇ। ਤੈਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ, ਤੂੰ ਜਿਨ੍ਹਾਂ ਨੂੰ ਟੀਚਰ ਕੀਤੀ ਉਹ ਕਦੇ ਤੇਰੇ ਵੀ ਵੱਡ ਵਡੇਰੇ ਰਹੇ ਨੇ। ਫਿਰ ਉਹ ਚੁੱਪ ਕਰ ਗਏ, ਪਰ ਉਹਨਾਂ ਸਾਹਮਣੇ ਬੈਠੀ ਗਾਂ ਜੁਗਾਲੀ ਕਰਦੀ ਰਹੀ। ਸਵੇਰੇ ਜਦੋਂ ਜਾਗ ਖੁੱਲ੍ਹੀ ਤਾਂ ਨਾ ਉਹ ਚਿਹਰੇ ਸਨ, ਨਾ ਹੀ ਉਹ ਗਾਂ ਸੀ, ਪਰ ਆਲੇ ਦੁਆਲੇ ਬੈਠੇ ਆਮ ਲੋਕ ਜੰਗ ਦੀਆਂ ਗੱਲਾਂ ਕਰ ਰਹੇ ਸਨ। ਧੰਨਵਾਦ। ਚੱਲਦਾ।